बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। मैं ज़ुबैर ख़ान हूँ और आप मेरा वीलॉग देख रहे हैं। ਇੱਕ ਮੁੰਡਾ ਥੋੜਾ ਜਿਹਾ ਵੱਡਾ ਹੋਇਆ, ਮਜ਼ਦੂਰੀ ਤੇ ਲੱਗਾ ਤੇ ਪਾਕਿਸਤਾਨ ਦੇ ਇੱਕ ਬੈਂਕ ਵਿੱਚ ਅਕਾਊਂਟ ਖੁਲਾਉਣ ਟੁਰ ਗਿਆ। ਬੈਂਕ ਵਾਲੇ ਨੇ ਕਿਹਾ ਵੀ ਅਸੀਂ ਆਪਣੇ ਕਾਗਜ਼ਾਂ 'ਚ ਅਕਾਊਂਟ ਹੋਲਡਰ ਦਾ ਪੇਸ਼ਾ ਲਿਖਣਾ ਹੁੰਦਾ ਤੇ ਮੁੰਡਿਆ ਦੱਸ ਤੂੰ ਕਰਨਾ ਕੀ ਹੈ। ਮੁੰਡੇ ਨੇ ਲਿਖ ਕੇ ਦਿੱਤਾ ਵੀ ਮੈਂ ਮਿਊਜ਼ੀਸ਼ੀਅਨ ਹਾਂ, ਗਾਉਣ ਵਜਾਉਣ ਦਾ ਕੰਮ ਕਰਨਾ, ਨਾਲ ਮਾੜੀ ਮੋਟੀ ਐਕਟਿੰਗ ਵੀ ਕਰ ਲੈਣਾ। ਬੈਂਕ ਵਾਲੇ ਨੇ ਕਿਹਾ ਨਾ ਬਈ ਨਾ, ਅਸੀਂ ਇੱਕ ਇਸਲਾਮੀ ਬੈਂਕ ਹਾਂ, ਅਸੀਂ ਗਾਉਣ ਵਜਾਉਣ ਵਾਲਿਆਂ ਦੇ ਅਕਾਊਂਟ ਨਹੀਂ ਖੋਲ੍ਹ ਸਕਦੇ। ਤੂੰ ਇੰਜ ਕਰ, ਜਾਂ ਤੇ ਕੋਈ ਕੰਮ ਹੋਰ ਕਰ ਲੈ ਜਾਂ ਕਮ ਸੇ ਕਮ ਸਾਨੂੰ ਕਾਗਜ਼ ਤੇ ਝੂਠ ਹੀ ਲਿਖ ਦੇ ਵੀ ਮੇਰਾ ਧੰਦਾ ਕੋਈ ਹੋਰ ਹੈ। ਗੱਲ ਸੁਣ ਕੇ ਥੋੜਾ ਜਿਹਾ ਹਾਸਾ ਵੀ ਆਇਆ, ਅੰਦਰੋਂ ਕੋਈ ਥੋੜੀ ਜਿਹੀ ਗਾਲ ਵੀ ਨਿਕਲੀ, ਲੇਕਿਨ ਮੂੰਹ ਤੇ ਦੁਆ ਹੀ ਆਈ ਵੀ ਅੱਲਾਹ ਵਾਲਿਓ, ਨਬੀ ਪੈਗੰਬਰ ਤੇ ਬਹੁਤ ਬਾਅਦ ਚ ਆਏ ਨੇ, ਇਹ ਬੈਂਕ ਵਾਲਾ ਕੰਮ ਤੇ ਬੜਾ ਕਦੀਮੀ ਹੈ। ਪੈਸਾ ਇਧਰੋਂ ਫੜ ਕੇ ਉਧਰ ਕਰਨਾ, ਥੋੜਾ ਜਿਹਾ ਮੁਨਾਫਾ ਕਿਸੇ ਨੂੰ ਦੇਣਾ, ਬਹੁਤਾ ਸਾਰਾ ਆਪ ਖਾ ਜਾਣਾ, ਇਹ ਧੰਦਾ ਤੇ ਬਹੁਤ ਪੁਰਾਣਾ ਹੈ, ਨਾ ਕਦੀ ਬੰਦ ਹੋਇਆ ਹੈ ਨਾ ਕਦੀ ਇਹਨੇ ਬੰਦ ਹੋਣਾ ਹੈ। ਜੇ ਇਹਦੇ ਨਾਲ ਲਫ਼ਜ਼ ਇਸਲਾਮੀ ਲਾ ਕੇ ਤੁਹਾਡਾ ਧੰਦਾ ਜ਼ਿਆਦਾ ਵੱਧਦਾ ਹੈ ਤੇ ਇਹਨੂੰ ਵਧਾਈ ਜਾਓ, ਲੇਕਿਨ ਹੁਣ ਸਾਨੂੰ ਹਲਾਲ ਹਰਾਮ ਦੀ ਤਮੀਜ਼ ਤੇ ਨਾ ਦੱਸੋ। ਮੈਂ ਦੋ ਚਾਰ ਹੋਰ ਫਨਕਾਰ ਭੈਣਾਂ ਭਰਾਵਾਂ ਕੋਲ ਵੀ ਪੁੱਛਿਆ, ਉਹਨਾਂ ਨੇ ਵੀ ਕਿਹਾ ਵੀ ਇਹ ਇਸਲਾਮੀ ਬੈਂਕ ਸਾਡੇ ਅਕਾਊਂਟ ਨਹੀਂ ਖੋਲ੍ਹਦੇ। ਪਾਕਿਸਤਾਨ ਵਿੱਚ ਸਿੱਧਰੇ ਪੱਧਰੇ ਬੈਂਕ ਵੀ ਹੈ ਨੇ, ਲੇਕਿਨ ਪਿਛਲੇ 25-30 ਵਰਿਆਂ 'ਚ ਕਈ ਬੈਂਕਾਂ ਨੇ ਇਸਲਾਮ ਕਬੂਲ ਕਰ ਲਿਆ। ਕੰਮ ਉਹ ਪੁਰਾਣੇ ਹੀ ਨੇ, ਸੂਦਖੋਰਾਂ ਵਾਲੇ, ਸ਼ਾਹੂਕਾਰਾਂ ਵਾਲੇ, ਲੇਕਿਨ ਨਾਲ ਥੋੜਾ ਜਿਹਾ ਇਸਲਾਮੀ ਟੱਚ ਲਾ ਦਿੱਤਾ ਨੇ। ਉਤੋਂ ਭਾਰੇ ਭਾਰੇ ਅਰਬੀ ਲਫ਼ਜ਼ ਪਾ ਛੱਡੇ ਨੇ, ਮੁਦਾਰਬਾ, ਵਦੀਆ, ਬਸ਼ਾਰਕਾ, ਤਕਾਫੁਲ। ਮੇਰੇ ਵਰਗੇ ਗੁਨਾਹਗਾਰ ਮੁਸਲਮਾਨ ਇਹ ਸਮਝਦੇ ਨੇ ਵੀ ਬੈਂਕਿੰਗ ਨਹੀਂ ਕਰ ਰਹੇ, ਜਿਵੇਂ ਇਬਾਦਤ ਕਰ ਰਹੇ ਹੋਣ, ਨਫਲ ਪੜ੍ਹ ਰਹੇ ਹੋਣ। ਇਹ ਇਸਲਾਮੀ ਬੈਂਕ ਕਦੀ ਕਿਸੇ ਕੋਲੋਂ ਇਹ ਨਹੀਂ ਪੁੱਛਦੇ ਵੀ ਤੂੰ ਗਰੀਬਾਂ ਦਾ ਖੂਨ ਤੇ ਨਹੀਂ ਚੂਸਾ, ਚੱਟੀ ਤੇ ਨਹੀਂ ਲਈ, ਤਨਖਾਹ ਤੇਰੀ 50,000 ਹੈ ਤੇ ਇਹ 10 ਕਰੋੜ ਦਾ ਮੁਦਾਰਬਾ ਕਿਵੇਂ ਲਈ ਫਿਰਨਾ। ਪੁਰਾਣੇ ਬੈਂਕਾਂ ਤੇ, ਕਾਫਰ ਬੈਂਕਾਂ ਤੇ ਇਲਜ਼ਾਮ ਲੱਗਦਾ ਸੀ ਵੀ ਉਹ ਬਲੈਕ ਮਨੀ ਨੂੰ ਵਾਈਟ ਕਰਦੇ ਨੇ, ਲੇਕਿਨ ਇਸਲਾਮੀ ਜਮਹੂਰੀਆ ਪਾਕਿਸਤਾਨ ਵਿੱਚ ਨਵੇਂ ਨਵੇਂ ਮੁਸਲਮਾਨ ਹੋਏ ਬੈਂਕ ਤੁਹਾਡਾ ਹਰਾਮ ਪੈਸਾ ਹਲਾਲ ਕਰ ਦਿੰਦੇ ਨੇ। ਇਹ ਕੰਮ ਕਰਨ ਲਈ ਬੈਂਕਾਂ ਨੂੰ ਜ਼ਾਹਿਰ ਹੈ ਆਲਮਾਂ ਦੀ, ਮੁਫਤੀਆਂ ਦੀ ਲੋੜ ਹੈ, ਤੇ ਉਹ ਸਾਡੇ ਕੋਲ ਇੱਕ ਤੋਂ ਇੱਕ ਪਿਆ ਹੈ। ਇਹਨਾਂ ਵਿੱਚੋਂ ਇੱਕ ਮੁਫਤੀ ਨੇ, ਉਹ ਏਡੇ ਵੱਡੇ ਨੇ, ਉਹਨਾਂ ਦੀ ਇੰਨੀ ਜ਼ਿਆਦਾ ਇੱਜ਼ਤ ਹੈ ਵੀ ਉਹਨਾਂ ਦਾ ਨਾਂ ਲੈਣ ਤੋਂ ਪਹਿਲੇ ਕਹਿਣਾ ਪੈਂਦਾ ਹੈ ਵੀ ਅਸੀਂ ਤੇ ਉਹਨਾਂ ਦੀ ਜੁੱਤੀਆਂ ਦੀ ਖਾਕ ਵੀ ਨਹੀਂ। ਮੁਫਤੀ ਤਕੀ ਨੇ ਕਰਾਚੀ ਦੇ, ਉਹ ਕੋਈ 1 ਦਰਜਨ ਤੋਂ ਜ਼ਿਆਦਾ ਬੈਂਕਾਂ ਦੇ ਬੋਰਡ ਤੇ ਬੈਠੇ ਨੇ। ਉਹਨਾਂ ਤੋਂ ਜ਼ਿਆਦਾ ਬੈਂਕਾਂ ਦੀ ਸ਼ਰੀਅਤ ਨੂੰ ਕੌਣ ਸਮਝ ਸਕਦਾ ਹੈ, ਲੇਕਿਨ ਬਾਹਰ ਬੈਠੇ ਸਾਡੇ ਵਰਗੇ ਉਜੜ ਮੁਸਲਮਾਨਾਂ ਨੂੰ ਤੇ ਇਹੀ ਲੱਗਦਾ ਵੀ ਉਹ ਕੋਈ ਕਾਫਰ ਬੈਂਕ ਫੜ ਲੈਂਦੇ ਨੇ, ਉਹਦੇ ਬੋਰਡ ਤੇ ਬਹਿ ਕੇ ਬੈਂਕ ਦੇ ਖਤਨੇ ਕਰਕੇ ਉਹਨੂੰ ਇਸਲਾਮੀ ਬਣਾ ਦਿੰਦੇ ਨੇ। ਨਾ ਬੈਂਕ ਰੋਂਦਾ, ਬੈਂਕ ਦਾ ਮੁਨਾਫਾ ਵੀ ਵੱਧ ਜਾਂਦਾ। ਸੁਣਿਆ ਇਸ ਕੰਮ ਦਾ ਕੋਈ ਹਦੀਆ ਵੀ ਲੈਂਦੇ ਹੋਣਗੇ, ਲੇਕਿਨ ਸਾਡੇ ਦਿਲ 'ਚ ਇੰਨੀ ਇੱਜ਼ਤ ਹੈ, ਜੇ ਪੰਜਾਬੀ 'ਚ ਨਹੀਂ ਸਮਝ ਆਈ ਤਾਂ ਫਿਰ ਮੈਂ ਉਰਦੂ 'ਚ ਕਹਿ ਦੇਣਾ ਕਿ ਹਮ ਉਨਕੀ ਖਾਕੇ ਪਾ ਕੇ ਬਰਾਬਰ ਵੀ ਨਹੀਂ ਹੈ, ਤੇ ਸਾਨੂੰ ਪੂਰਾ ਯਕੀਨ ਹੈ ਕਿ ਉਹ ਨੇਕ ਕੰਮ ਫੀ ਸਬੀਲਿਲ੍ਲਾਹ ਹੀ ਕਰਦੇ ਹੋਣਗੇ। ਇਹ ਸਮਝ ਹੁਣ ਤੱਕ ਇਹ ਨਹੀਂ ਆਈ ਵੀ ਉਹਨਾਂ ਨੇ ਫਨਕਾਰ ਭਰਾਵਾਂ ਦੇ ਅਕਾਊਂਟਾਂ 'ਤੇ ਪਾਬੰਦੀ ਕਿਉਂ ਲਾਈ ਹੈ, ਉਹਨਾਂ ਨੂੰ ਹਰਾਮ ਕਿਉਂ ਬਣਾ ਛੱਡਿਆ ਹੈ। ਸ਼ਾਇਦ ਇਸ ਲਈ ਕਿ ਮੁਫਤੀ ਸਾਹਿਬ ਸਭ ਤੋਂ ਵੱਡੇ ਫਨਕਾਰ ਆਪ ਨੇ। ਹੁਣ ਮੁਫਤੀ ਸਾਹਿਬ ਇੰਨੇ ਬੈਂਕਾਂ ਦੇ ਬੋਰਡ ਤੇ ਬੈਠੇ ਨੇ ਤੇ ਸ਼ਰੀਅਤ ਦੇ ਨਾਲ ਨਾਲ ਕੁਝ ਹਿਸਾਬ ਕਿਤਾਬ ਵੀ ਆ ਹੀ ਗਿਆ ਹੋਣਾ। ਪਾਕਿਸਤਾਨ ਵਿੱਚ ਕੋਈ 25-26 ਕਰੋੜ ਬੰਦਾ ਰਹਿੰਦਾ ਹੈ, ਉਹਨਾਂ ਵਿੱਚੋਂ 18 ਕਰੋੜ ਦਾ ਨਾ ਕਿਸੇ ਕਾਫਰ ਬੈਂਕ ਵਿੱਚ ਨਾ ਕਿਸੇ ਇਸਲਾਮੀ ਬੈਂਕ 'ਚ ਕੋਈ ਅਕਾਊਂਟ ਹੈ। ਉਹਨਾਂ 'ਚੋਂ ਜ਼ਿਆਦਾਤਰ ਬੜੇ ਖੁਸ਼ ਹੋਣਗੇ ਅਗਰ ਉਹਨਾਂ ਦੀ ਧੀ ਨੂੰ ਕਿਸੇ ਬੈਂਕ ਦੇ ਅੰਦਰ ਨੋਟ ਗਿਣਨ ਦਾ ਕੰਮ ਲੱਭ ਜਾਏ। ਬਹੁਤ ਜ਼ਿਆਦਾ ਐਸੇ ਨੇ, ਉਹ ਤੁਹਾਨੂੰ ਦੁਆਵਾਂ ਦੇਣਗੇ ਅਗਰ ਉਹਨਾਂ ਦੇ ਮੁੰਡੇ ਨੂੰ ਬੈਂਕ ਦੇ ਬਾਹਰ ਗਾਰਡ ਬਣਨ ਦੀ ਨੌਕਰੀ ਮਿਲ ਜਾਏ। ਹੁਣ ਸਾਨੂੰ ਕੋਈ ਮੁਫਤੀ ਇਹ ਹੀ ਦੱਸੇ ਵੀ ਇਹਨਾਂ 18 ਕਰੋੜ ਨੂੰ ਹਲਾਲ ਹਰਾਮ ਕੌਣ ਸਮਝਾਏਗਾ। ਬਾਕੀ ਰਹਿ ਗਏ ਵਿਚਾਰੇ ਫਨਕਾਰ ਲੋਕ, ਤੇ ਉਹ ਹਮੇਸ਼ਾ ਤੋਂ ਆਪਣੀਆਂ ਮੁਸਲਮਾਨੀਆਂ ਆਪ ਹੀ ਕਰਦੇ ਆਏ ਨੇ ਤੇ ਕਰਦੇ ਰਹਿਣਗੇ। ਰਮਜ਼ਾਨ ਮੁਬਾਰਕ।